ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਗੱਲ ਉਸ ਸਮੇਂ ਦੀ ਹੈ ਜਿਸ ਸਮੇਂ ਹਿੰਦੁਸਤਾਨ ਵਿੱਚ ਪਠਾਨਾਂ ਅਤੇ ਮੁਸਲਮਾਨਾਂ ਨੇ ਆਪਣਾ ਰਾਜ ਕਾਇਮ ਕੀਤਾ ਹੋਇਆ ਸੀ। ਉਸ ਸਮੇਂ ਅਰਬ, ਈਰਾਨ ਦੇ ਕਈ ਮੁਸਲਮਾਨ ਵੱਡੇ ਵੱਡੇ ਪੀਰ ਫਕੀਰ ਇਸਲਾਮ ਦਾ ਪ੍ਰਚਾਰ ਕਰਨ ਲਈ ਹਿੰਦੁਸਤਾਨ ਵਿੱਚ ਆ ਗਏ, ਜਿਨ੍ਹਾਂ ਵਿੱਚੋਂ ਹਮਜ਼ਾ ਗੋਸ਼ ਪੀਰ ਵੀ ਇੱਕ ਉੱਚ ਦਰਜੇ ਦਾ ਪੀਰ ਸੀ। ਗੁਰੂ ਪਿਆਰਿਓ, ਹਮਜ਼ਾ ਗੋਸ਼ ਪੀਰ ਨੇ ਆਪਣਾ ਡੇਰਾ ਸਿਆਲਕੋਟ ਵਿੱਚ ਲਗਾਇਆ ਹੋਇਆ ਸੀ ਅਤੇ ਇਹ ਹਮਜ਼ਾ ਗੋਸ਼ ਕਈ ਕਰਾਮਾਤਾਂ, ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਜਿਨ੍ਹਾਂ ਕਰਕੇ ਇਹ ਪੀਰ ਸਿਰਫ ਸਿਆਲਕੋਟ ਹੀ ਨਹੀਂ ਬਲਕਿ ਸਿਆਲਕੋਟ ਦੇ ਨਾਲ ਲੱਗਦੇ ਜਿਹੜੇ ਵੱਡੇ ਪਿੰਡ ਸੀ ਜਾਂ ਸ਼ਹਿਰ ਸੀ ਉਹਨਾਂ ਵਿੱਚ ਵੀ ਬਹੁਤ ਮਸ਼ਹੂਰ ਸੀ। ਅਤੇ ਇਹ ਕਿਹਾ ਜਾਂਦਾ ਸੀ ਕਿ ਹਮਜ਼ਾ ਗੋਸ਼ ਪੀਰ ਮੰਗੀਆਂ ਹੋਈਆਂ ਮੁਰਾਦਾਂ ਪੂਰੀਆਂ ਕਰ ਦਿੰਦਾ ਹੈ, ਜੋ ਮੰਗੋ ਉਹੀ ਦੇ ਦਿੰਦਾ ਹੈ। ਗੁਰੂ ਪਿਆਰਿਓ, ਹਮਜ਼ਾ ਗੋਸ਼ ਪੀਰ ਨੂੰ ਆਪਣੀ ਤਾਕਤ ਦਾ ਬੜਾ ਘਮੰਡ ਸੀ, ਜਿਹਦੇ ਕਰਕੇ ਉਹ ਸੋਚਿਆ ਕਰਦਾ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ, ਕਿਸੇ ਦਾ ਵੀ ਜੀਵਨ ਲੈ ਸਕਦਾ ਹੈ, ਕਿਸੇ ਨੂੰ ਵੀ ਜੀਵਨ ਬਖਸ਼ ਸਕਦਾ ਹੈ, ਕਿਸੇ ਨੂੰ ਵੀ ਖੁਸ਼ ਕਰ ਸਕਦਾ ਹੈ ਅਤੇ ਕਿਸੇ ਨੂੰ ਵੀ ਰਵਾ ਸਕਦਾ ਹੈ। ਗੁਰੂ ਪਿਆਰਿਓ, ਉਹਨੂੰ ਆਪਣੀ ਤਾਕਤ ਦਾ ਨਸ਼ਾ ਸੀ। ਗੁਰੂ ਪਿਆਰਿਓ, ਇਹ ਜਿਹੜਾ ਨਸ਼ਾ ਹੈ, ਨਸ਼ਾ ਭਾਵੇਂ ਕਿਸੇ ਵੀ ਚੀਜ਼ ਦਾ ਹੋਏ, ਉਹ ਹਮੇਸ਼ਾ ਮਾੜਾ ਹੀ ਹੁੰਦਾ ਹੈ। ਗੁਰੂ ਪਿਆਰਿਓ, ਚਾਹੇ ਉਹ ਨਸ਼ਾ ਮਾਇਆ ਦਾ ਹੋਏ ਅਤੇ ਜਾਂ ਫਿਰ ਤਾਕਤ ਦਾ, ਉਹ ਮਾੜਾ ਹੀ ਹੁੰਦਾ ਹੈ। ਪਰ ਜਿਹੜਾ ਪਰਮਾਤਮਾ ਦੇ ਨਾਮ ਦਾ ਨਸ਼ਾ ਹੈ, ਜਿਹਨੂੰ ਇਨਸਾਨ ਇੱਕ ਵਾਰ ਕਰ ਲੈਂਦਾ ਹੈ, ਉਹ ਫਿਰ ਇਨਸਾਨ ਜਿਹੜਾ ਹੈ ਉਹ ਭਵ ਸਾਗਰ ਤੋਂ ਹੀ ਪਾਰ ਤਰ ਜਾਂਦਾ ਹੈ। ਗੁਰੂ ਪਿਆਰਿਓ, ਇੱਕ ਦਿਨ ਸਿਆਲਕੋਟ ਦਾ ਇੱਕ ਧਨੀ ਹਿੰਦੂ ਪੀਰ ਦੇ ਕੋਲ ਆਇਆ ਅਤੇ ਹੱਥ ਜੋੜ ਕੇ ਆਖਣ ਲੱਗਿਆ, ਪੀਰ ਜੀ, ਮੇਰੇ ਘਰ ਧਨ ਬਹੁਤ ਹੈ, ਦੌਲਤ ਬਹੁਤ ਹੈ, ਪਰ ਮੇਰੇ ਘਰ ਇੱਕ ਵੀ ਪੁੱਤਰ ਨਹੀਂ, ਤਾਂ ਤੁਸੀਂ ਕਿਰਪਾ ਕਰੋ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਪੀਰ ਕਹਿਣ ਲੱਗਿਆ, ਤੁਹਾਡੇ ਘਰ ਪੁੱਤਰ ਹੋ ਜਾਏਗਾ ਜੇ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰਦੇ ਹੋ ਕਿ ਤੁਸੀਂ ਆਪਣਾ ਵੱਡਾ ਪੁੱਤਰ ਮੈਨੂੰ ਦੇ ਦੇਵੋਗੇ। ਤਾਂ ਗੁਰੂ ਪਿਆਰਿਓ, ਉਹ ਜਿਹੜਾ ਹਿੰਦੂ ਸੀ ਉਹ ਪੁੱਤਰ ਦੇਣ ਲਈ ਮੰਨ ਗਿਆ। ਪੀਰ ਕਰਾਮਾਤੀ ਸੀ, ਤਾਂ ਐਸੀ ਕਰਾਮਾਤ ਹੋਈ ਉਸ ਦੇ ਘਰ ਵਾਰੀ ਪੁੱਤਰਾਂ ਨੇ ਜਨਮ ਲਿੱਤਾ। ਹੁਣ ਜਿਹੜਾ ਹਿੰਦੂ ਹੈ, ਗੁਰੂ ਪਿਆਰਿਓ, ਉਸ ਹਿੰਦੂ ਨੂੰ ਪਤਾ ਹੈ ਕਿ ਉਹਨੂੰ ਆਪਣਾ ਜਿਹੜਾ ਵੱਡਾ ਪੁੱਤਰ ਹੈ ਉਹ ਪੀਰ ਨੂੰ ਦੇਣਾ ਪੈਣਾ ਹੈ। ਤਾਂ ਉਹ ਆਪਣੀ ਪਤਨੀ ਨਾਲ ਸਲਾਹ ਮਸ਼ਵਰਾ ਕਰਦਾ ਹੈ, ਭਾਗਵਾਨੇ, ਇਹ ਪੁੱਤਰਾਂ ਦੀ ਦਾਤ ਸਾਨੂੰ ਪੀਰ ਕੋਲੋਂ ਮਿਲੀ ਹੈ, ਤਾਂ ਸਾਨੂੰ ਜਿਹੜਾ ਵੱਡਾ ਪੁੱਤਰ ਹੈ ਵਾਅਦੇ ਅਨੁਸਾਰ ਪੀਰ ਨੂੰ ਦੇਣਾ ਪੈਣਾ ਹੈ। ਮਗਰ ਜਿਹੜੀ ਪਤਨੀ ਹੈ ਉਹ ਪੁੱਤਰ ਦੇਣ ਤੋਂ ਮਨਾ ਕਰ ਗਈ। ਉਹਦਾ ਮਨ ਡੋਲ ਗਿਆ, ਕਿਉਂਕਿ ਗੁਰੂ ਪਿਆਰਿਓ, ਜਿਹੜੀ ਮਮਤਾ ਹੁੰਦੀ ਹੈ ਉਹ ਲੁਕੀ ਨਹੀਂ ਰਹਿੰਦੀ, ਉਹ ਸੰਭਾਲੀ ਨਹੀਂ ਜਾਂਦੀ। ਉਹਦੀ ਮਮਤਾ ਸੀ, ਉਹਨੇ ਪੁੱਤਰ ਦੇਣ ਤੋਂ ਮਨਾ ਕਰ ਦਿੱਤਾ। ਹੁਣ ਹਿੰਦੂ ਵਿਚਾਰ ਕਰਦਾ ਹੈ, ਕਿਉਂ ਨਾ ਮੈਂ ਪੀਰ ਕੋਲ ਸੋਨੇ ਦੀ ਮੋਹਰਾਂ ਹੀ ਲੈ ਜਾ। ਇਹ ਵਿਚਾਰ ਕਰਕੇ ਉਹ ਹਿੰਦੂ ਸੋਨੇ ਦੀਆਂ ਮੋਹਰਾਂ ਲੈ ਕੇ ਪੀਰ ਕੋਲ ਜਾ ਕੇ ਆਖਣ ਲੱਗਿਆ, ਪੀਰ ਜੀ, ਮੇਰੇ ਘਰ ਪੁੱਤਰਾਂ ਨੇ ਜਨਮ ਲਿੱਤਾ ਹੈ, ਬਹੁਤ ਕਿਰਪਾ ਹੋਈ ਹੈ ਤੁਹਾਡੀ, ਮੈਂ ਤੁਹਾਡੇ ਦਰ 'ਤੇ ਇਹ ਸੋਨੇ ਦੀ ਮੋਹਰਾਂ ਲੈ ਕੇ ਆਇਆ ਹਾਂ, ਕਿਉਂਕਿ ਪੀਰ ਜੀ, ਆਪਣਾ ਇੱਕ ਪੁੱਤਰ ਤੁਹਾਨੂੰ ਦੇਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਗੁਰੂ ਪਿਆਰਿਓ, ਮਗਰ ਪੀਰ ਆਪਣੀ ਗੱਲ 'ਤੇ ਅੜਿਆ ਹੋਇਆ ਸੀ ਅਤੇ ਕਹਿਣ ਲੱਗਿਆ, ਲਾਲਾ, ਤੂੰ ਆਪਣੇ ਘਰ ਜਾ, ਇਹ ਮੋਹਰਾਂ ਵੀ ਲੈ ਜਾ, ਮੈਂ ਪੁੱਤਰ ਲੈਣ ਕੱਲ੍ਹ ਤੇਰੇ ਘਰ ਆ ਜਾਵਾਂਗਾ। ਗੁਰੂ ਪਿਆਰਿਓ, ਜਦੋਂ ਪੀਰ ਪੁੱਤਰ ਲੈਣ ਉਸ ਹਿੰਦੂ ਦੇ ਘਰ ਗਿਆ ਤਾਂ ਉਸ ਹਿੰਦੂ ਦੀ ਪਤਨੀ ਨੇ ਪੀਰ ਨੂੰ ਬਹੁਤ ਹੀ ਮਾੜੇ ਸ਼ਬਦ ਬੋਲੇ ਅਤੇ ਆਪਣੇ ਪੁੱਤਰ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਪੀਰ ਨੂੰ ਲੱਗਿਆ, ਇਹ ਤਾਂ ਮੇਰੇ ਨਾਲ ਵਾਅਦਾ ਖਿਲਾਫੀ ਹੋ ਗਈ ਹੈ। ਇਹਨਾਂ ਨੇ ਮੈਨੂੰ ਵਾਅਦਾ ਕੀਤਾ ਸੀ ਜੇ ਪੁੱਤਰਾਂ ਦੀ ਦਾਤ ਹੋਏਗੀ ਤਾਂ ਵੱਡਾ ਪੁੱਤਰ ਮੈਨੂੰ ਦੇ ਦੇਣਗੇ। ਪੀਰ ਨੂੰ ਲੱਗ ਰਿਹਾ ਹੈ ਕਿ ਉਹਦੇ ਨਾਲ ਵਾਅਦਾ ਖਿਲਾਫੀ ਹੋਈ ਹੈ। ਤਾਂ ਗੁਰੂ ਪਿਆਰਿਓ, ਪੀਰ ਨੇ ਪਿੰਡ ਵਿੱਚ ਐਲਾਨ ਕਰ ਦਿੱਤਾ ਕਿ ਉਹ ਆਪਣੀ ਚਿਲਾਗਾਹ ਵਿੱਚ ਬੈਠ ਕੇ ਚਲੀਆ ਕੱਟੇਗਾ ਅਤੇ ਉਸ ਦੇ ਚਲੀਏ ਕੱਟਣ ਤੋਂ ਬਾਅਦ
ਉਹ ਸਾਰਾ ਪਿੰਡ ਬਰਬਾਦ ਹੋ ਜਾਏਗਾ। ਚਲੀਆ ਕੱਟਣ ਨਾਲ ਉਹ ਕਿਆਮਤ ਆਏਗੀ ਜਿਸ ਦੇ ਨਾਲ ਸਾਰੇ ਪਿੰਡ ਵਾਲੇ ਤਬਾਹ ਹੋ ਜਾਣਗੇ। ਗੁਰੂ ਪਿਆਰਿਓ, ਉਸ ਸਮੇਂ ਮੇਰੇ ਜਾਨੀ ਜਾਨ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਸਿਆਲਕੋਟ ਦੀ ਧਰਤੀ 'ਤੇ ਆਏ ਅਤੇ ਜਿਸ ਜਗ੍ਹਾ 'ਤੇ ਪੀਰ ਚਲੀਆ ਕੱਟ ਰਿਹਾ ਸੀ ਉਸ ਤੋਂ ਕੁਝ ਦੂਰੀ 'ਤੇ ਬੇਰੀ ਥੱਲੇ ਡੇਰਾ ਲਾ ਲਿਆ। ਗੁਰੂ ਪਿਆਰਿਓ, ਜਿਸ ਥਾਂ 'ਤੇ ਗੁਰੂ ਨਾਨਕ ਦੇਵ ਜੀ ਨੇ ਡੇਰਾ ਲਾਇਆ ਸੀ ਉਹ ਅੱਜ ਦੇ ਸਮੇਂ ਗੁਰਦੁਆਰਾ ਬਾਬੇ ਦੀ ਬੇਰ ਦੇ ਨਾਮ ਤੋਂ ਮਸ਼ਹੂਰ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਬੇਰੀ ਥੱਲੇ ਡੇਰਾ ਲਾ ਲਿਆ ਤਾਂ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਵਜਾ। ਮਰਦਾਨਾ ਰਬਾਬ ਵਜਾਉਣ ਲੱਗਿਆ ਅਤੇ ਗੁਰੂ ਨਾਨਕ ਦੇਵ ਜੀ ਉਸ ਇਲਾਹੀ ਬਾਣੀ ਨਾਲ ਜੁੜ ਗਏ। ਗੁਰੂ ਪਿਆਰਿਓ, ਜਦੋਂ ਪਿੰਡ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਇੱਕ ਰੱਬ ਦੀ ਭੇਜੀ ਹੋਈ ਨੂਰਾਨੀ ਰੂਹ ਪਿੰਡ ਦੇ ਬਾਹਰ ਡੇਰਾ ਲਾ ਕੇ ਬੈਠੀ ਹੈ ਜਿਨ੍ਹਾਂ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਹੈ, ਤਾਂ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਆਏ ਅਤੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਾਰੀ ਆਪਣੀ ਵਿਥਾ ਸੁਣਾ ਦਿੱਤੀ। ਪਿੰਡ ਵਾਲੇ ਕਹਿਣ ਲੱਗੇ, ਬਾਬਾ ਜੀ ਚਲੀਏ ਦੇ ਕੁਝ ਦਿਨ ਬੀਤ ਚੁੱਕੇ ਨੇ ਅਤੇ ਪਿੰਡ ਦੇ ਕਾਲੀਆਂ ਘਟਾਵਾਂ ਛਾਣ ਲੱਗ ਪਈਆਂ ਨੇ। ਨਾਲ ਹੀ ਪਿੰਡ ਵਾਲਿਆਂ ਨੂੰ ਲੱਗਣ ਲੱਗ ਪਿਆ ਹੈ ਕਿ ਹੁਣ ਕਿਆਮਤ ਆਉਣ ਵਾਲੀ ਹੈ, ਕਿਆਮਤ ਦੇ ਦਿਨ ਦੂਰ ਨਹੀਂ ਰਹਿ ਗਏ। ਤਾਂ ਮੇਰੇ ਪਾਤਸ਼ਾਹ ਜੀ ਨੇ ਪਿੰਡ ਵਾਲਿਆਂ ਨੂੰ ਆਖਿਆ, ਗੁਰੂ ਪਿਆਰਿਓ ਰੱਬ 'ਤੇ ਭਰੋਸਾ ਰੱਖੋ, ਮਾਰਨਾ ਜਾਂ ਜੀਵਨ ਦੇਣਾ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਇਹ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ। ਗੁਰੂ ਪਿਆਰਿਓ, ਜਦੋਂ ਗੁਰੂ ਨਾਨਕ ਦੇਵ ਜੀ ਨੇ ਜਿਸ ਚਿਲਾਗਾਹ ਵਿੱਚ ਪੀਰ ਚਲੀਆ ਕੱਟ ਰਿਹਾ ਸੀ ਉਸ ਵੱਲ ਆਪਣੀ ਮਿਹਰ ਭਰੀ ਨਿਗਾਹ ਨਾਲ ਤੱਕਿਆ ਤਾਂ ਕਾਲੀਆਂ ਘਟਾਵਾਂ ਘਟ ਗਈਆਂ ਅਤੇ ਕਾਲੀਆਂ ਘਟਾਵਾਂ ਵਿੱਚੋਂ ਇੱਕ ਤੇਜ਼ ਰੋਸ਼ਨੀ ਨਿਕਲੀ। ਗੁਰੂ ਪਿਆਰਿਓ, ਜਿਵੇਂ ਹੀ ਉਹ ਰੋਸ਼ਨੀ ਪੀਰ ਦੇ ਚਲੀਆ ਗਾਹ ਦੇ ਗੁੰਬਦ 'ਤੇ ਪਈ ਤਾਂ ਗੁੰਬਦ ਉੱਪਰ ਵਾਲੇ ਹਿੱਸੇ ਤੋਂ ਟਹਿ ਗਿਆ। ਗੁਰੂ ਪਿਆਰਿਓ, ਇੱਕ ਤੇਜ਼ ਰੋਸ਼ਨੀ ਪੀਰ ਹਮਜ਼ਾ ਗੋਸ਼ 'ਤੇ ਪਈ ਅਤੇ ਉਸ ਦਾ ਅਹੰਕਾਰ ਟੁੱਟ ਗਿਆ, ਮਗਰ ਉਸ ਦਾ ਚਲੀਹਾ ਭੰਗ ਹੋ ਗਿਆ ਸੀ ਜਿਹਦੇ ਕਰਕੇ ਉਹ ਗੁੱਸੇ ਨਾਲ ਲਾਲ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਵੱਲ ਵਧਣ ਲੱਗ ਪਿਆ। ਗੁਰੂ ਪਿਆਰਿਓ, ਜਿਵੇਂ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਵੱਲ ਜਾਂਦਾ ਹੈ ਅਤੇ ਨੂਰਾਨੀ ਚਿਹਰਾ ਉਸ ਨੂੰ ਨਜ਼ਰ ਆਉਂਦਾ ਹੈ, ਉਵੇਂ ਉਵੇਂ ਉਹਦਾ ਜਿਹੜਾ ਅਸ਼ਾਂਤ ਮਨ ਹੈ ਉਹ ਸ਼ਾਂਤ ਹੋਈ ਜਾਂਦਾ ਹੈ, ਉਹਦਾ ਤਪਦਾ ਹਿਰਦਾ ਠੰਡਾ ਹੋਈ ਜਾਂਦਾ ਹੈ। ਤਾਂ ਗੁਰੂ ਪਿਆਰਿਓ, ਜਿਵੇਂ ਹੀ ਉਹ ਪੀਰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਇਆ ਬਿਲਕੁਲ ਸ਼ਾਂਤ ਹੋ ਗਿਆ। ਤਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ, ਪੀਰ ਜੀ ਪਰਮਾਤਮਾ ਦੀ ਅਲੌਕਿਕ ਸ਼ਕਤੀਆਂ ਨੂੰ ਚੁਣੌਤੀ ਨਹੀਂ ਦਈਦੀ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਾਜੀ ਰਹਿਣਾ ਚਾਹੀਦਾ ਹੈ। ਜੀਵਨ ਦੇਣਾ ਜਾਂ ਜੀਵਨ ਲੈਣਾ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਨਾਲੇ ਆਖ ਦਿੱਤਾ, ਪੀਰ ਜੀ ਪੀਰਾਂ ਫਕੀਰਾਂ ਸੰਤਾਂ ਦਾ ਕੰਮ ਰਿੱਧੀਆਂ ਸਿੱਧੀਆਂ ਲੈ ਕੇ ਦੁਨੀਆ ਦਾ ਭਲਾ ਕਰਨਾ ਹੈ, ਨਾ ਕਿ ਪਰਮਾਤਮਾ ਦੀ ਬਣਾਈ ਖੇਡ ਵਿੱਚ ਵਿਘਨ ਪਾਉਣਾ ਹੈ। ਇਹ ਗੱਲਾਂ ਸੁਣ ਕੇ ਪੀਰ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਅਤੇ ਕਹਿਣ ਲੱਗਿਆ, ਬਾਬਾ ਜੀ ਤੁਸੀਂ ਗੱਲ ਸਹੀ ਕਹਿ ਰਹੇ ਹੋ, ਮਗਰ ਮੇਰੇ ਨਾਲ ਵਾਅਦਾ ਖਿਲਾਫੀ ਹੋਈ ਹੈ ਅਤੇ ਇਸ ਪਿੰਡ ਦੇ ਲੋਕੀ ਜਿਹੜੇ ਨੇ ਉਹ ਧੋਖੇਬਾਜ਼ ਨੇ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੀਰ ਜੀ ਇੱਕ ਹੱਥ ਦੀਆਂ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਅਤੇ ਇਸ ਪਿੰਡ ਵਿੱਚ ਵੀ ਸਾਰੇ ਲੋਕ ਧੋਖੇਬਾਜ਼ ਦਗਾਬਾਜ਼ ਨਹੀਂ ਹੈਗੇ। ਪੀਰ ਦੀ ਤਸੱਲੀ ਕਰਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਪਿੰਡ ਵਿੱਚੋਂ 1 ਟਕੇ ਦਾ ਸੱਚ ਅਤੇ 1 ਟਕੇ ਦਾ ਝੂਠ ਖਰੀਦਣ ਵਾਸਤੇ ਪਿੰਡ ਵਿੱਚ ਭੇਜ ਦਿੱਤਾ। ਹੁਣ ਭਾਈ ਮਰਦਾਨਾ ਜੀ ਵਪਾਰੀਆਂ ਕੋਲ ਜਾਂਦੇ ਨੇ, ਜਾ ਕੇ ਕਹਿੰਦੇ ਨੇ ਕਿ 1 ਟਕੇ ਦਾ ਮੈਨੂੰ ਸੱਚ ਚਾਹੀਦਾ ਹੈ ਅਤੇ 1 ਟਕੇ ਦਾ ਮੈਨੂੰ ਝੂਠ ਚਾਹੀਦਾ ਹੈ। ਵਪਾਰੀ ਵੀ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ, ਅੱਜ ਗੁਰੂ ਦਾ ਸਿੱਖ ਇਹ ਕੀ ਖਰੀਦਣ ਆ ਗਿਆ ਹੈ। ਅੱਜ ਤੱਕ ਇਹੋ ਜਿਹੀ ਚੀਜ਼ ਬਾਜ਼ਾਰਾਂ ਵਿੱਚ ਤਾਂ ਵਿਕੀ ਹੀ ਨਹੀਂ। ਤਾਂ ਗੁਰੂ ਪਿਆਰਿਓ, ਉਸ ਪਿੰਡ ਵਿੱਚ ਕਮਾਈ ਵਾਲੀ ਰੂਹਾਂ ਵੀ ਹੈਗੀਆਂ ਸੀ ਅਤੇ ਭਾਈ ਮਰਦਾਨਾ ਜੀ ਪੁੱਛਦਿਆਂ ਪੁੱਛਦਿਆਂ ਮੁੱਲਾ ਖੱਤਰੀ ਦੀ ਦੁਕਾਨ 'ਤੇ ਪਹੁੰਚ ਗਏ। ਕਹਿਣ ਲੱਗੇ, ਲਾਲਾ ਜੀ ਮੈਨੂੰ 1 ਟਕੇ ਦਾ ਝੂਠ ਅਤੇ 1 ਟਕੇ ਦਾ ਸੱਚ ਦੇ ਦਿਓ।
ਤਾਂ ਮੁੱਲਾ ਖੱਤਰੀ ਕਹਿਣ ਲੱਗਿਆ, ਭਾਈ ਜੀ ਮੇਰੇ ਕੋਲ ਇਹ ਦੋਨੋਂ ਚੀਜ਼ਾਂ ਮਿਲ ਜਾਣਗੀਆਂ। ਅਤੇ ਉਹਨਾਂ ਨੇ ਇੱਕ ਪੇਜ 'ਤੇ ਲਿਖ ਦਿੱਤਾ ਮਰਨਾ ਸੱਚ, ਦੂਸਰੇ ਪੇਜ 'ਤੇ ਲਿਖਤਾ ਜੀਣਾ ਝੂਠ। ਅਤੇ ਇਹ ਲਿਖ ਕੇ ਭਾਈ ਮਰਦਾਨਾ ਜੀ ਤੋਂ 2 ਟਕੇ ਲੈ ਲਿੱਤੇ ਅਤੇ ਇਹ 2 ਪੇਜ ਭਾਈ ਮਰਦਾਨਾ ਜੀ ਨੂੰ ਫੜਾ ਦਿੱਤੇ। ਹੁਣ ਮੁੱਲਾ ਖੱਤਰੀ ਜੀ ਸੋਚਦੇ ਨੇ ਇਹ ਬਾਜ਼ਾਰਾਂ ਵਿੱਚ ਵਿਕਣ ਵਾਲੀ ਚੀਜ਼ ਨਹੀਂ ਹੈਗੀ, ਇਹ ਜ਼ਰੂਰ ਕੋਈ ਸੰਤਾਂ ਮਹਾਂਪੁਰਸ਼ਾਂ ਦਾ ਚੇਲਾ ਹੈਗਾ। ਤਾਂ ਉਹ ਵੀ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਹੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਚਲੇ ਗਏ। ਗੁਰੂ ਪਿਆਰਿਓ, ਜਿਸ ਸਮੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕੋਲ ਗਏ ਨੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਉਹ 2 ਪੇਜ ਫੜਾ ਦਿੱਤੇ, ਤਾਂ ਗੁਰੂ ਨਾਨਕ ਦੇਵ ਜੀ ਨੇ ਉਹ 2 ਪੇਜ ਪੀਰ ਹਮਜ਼ਾ ਗੋਸ਼ ਨੂੰ ਵਿਖਾਏ ਅਤੇ ਕਿਹਾ, ਪੀਰ ਜੀ ਇਸ ਪਿੰਡ ਵਿੱਚ ਸਾਰੇ ਧੋਖੇਬਾਜ਼ ਨਹੀਂ ਹੈਗੇ, ਸਾਰੇ ਇੱਕੋ ਵਰਗੇ ਨਹੀਂ ਹੈਗੇ, ਇੱਥੇ ਕਮਾਈ ਵਾਲੇ ਲੋਕੀ ਵੀ ਰਹਿੰਦੇ ਨੇ ਜਿਨ੍ਹਾਂ ਨੂੰ ਰੱਬ ਦਾ ਗਿਆਨ ਹੈਗਾ। ਤਾਂ ਪੀਰ ਬਿਲਕੁਲ ਸ਼ਾਂਤ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਹੋ ਗਿਆ। ਗੁਰੂ ਪਿਆਰਿਓ, ਇਹ ਸੀ ਪੀਰ ਹਮਜ਼ਾ ਗੋਸ਼ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ। ਗੁਰੂ ਪਿਆਰਿਓ, ਇਹ ਸਾਖੀ ਸੁਣਾਉਂਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸਭ ਸੰਗਤ ਅਤੇ ਮੇਰੇ ਪਾਤਸ਼ਾਹ ਜੀ ਬਖਸ਼ਣਯੋਗ ਨੇ ਕਿਰਪਾ ਕਰਕੇ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।